मैं डॉक्टर अमनप्रीत कौर सीनियर कंसलटेंट कॉर्निया रिफ्रैक्टिव सर्जरी सुहाना हॉस्पिटल तो अज मैं तुहानू सुहाना हॉस्पिटल बारे कुछ दसना चाहांगी। भाई साहब भाई जसबीर सिंह जी वॉज द फाउंडर ऑफ सुहाना हॉस्पिटल। सुहाना हॉस्पिटल का पूरा नाम श्री गुरु हरकृष्ण साहिब चैरिटेबल आई हॉस्पिटल है, जो कि सुहाना हॉस्पिटल के नाम तो प्रसिद्ध हैगा है। असी पिछले 25 सालों तो 1995 विच इस हॉस्पिटल की इनॉग्रेशन हुई। साडा एम सुहाना हॉस्पिटल का हमेशा तो यह रहा है कि लेटेस्ट एडवांस टैक्नोलॉजी अखां दी बीमारियां लई असी इस हस्पताल दे विच लैके आंदे हाँ। पूरी वर्ल्ड दे विच जद भी कोई नवी टैक्नोलॉजी अखां दे वास्ते इंट्रोड्यूस होंदी हैगी है तो साडी पूरी कोशिश होंदी है कि सुहाना हॉस्पिटल दे विच असी लेटेस्ट एडवांस टैक्नोलॉजी लैके आईए ताकि मरीज़ां नूं वध तो वध फायदा हो सके। सुहाना हॉस्पिटल पंजाब दा वन ऑफ द बिगेस्ट हॉस्पिटल हैगा, जिहदे विच असी 13 तो 14 डॉक्टर्स इकट्ठे एट अ टाइम आई स्पैशलिस्ट हैगे हैं। सारे कोई कॉर्निया स्पैशलिस्ट है, रेटिना स्पैशलिस्ट हैगे हैं, विट्रोरेटाइनल सर्जनस हैगे हैं जिहड़े कि अख दे परदे नूं देखदे हैगे हैं। साडे कोल 3 फुल टाइम डॉक्टर्स हैं जो तुहाडे अख दे परदे नूं चैक करते हैं। जे बच्चों के वास्ते कोई बीमारी होए जिहदे वास्ते पीडियाट्रिक डिपार्टमेंट साडा वखरा हैगा। उस तो इलावा ओकुलोप्लास्टिक डिपार्टमेंट है। दैन ऑल दी डिपार्टमेंट्स वी हैव इन सुहाना हॉस्पिटल, जिहड़ा कि साडा इलाज जिहड़ा है अखां दा लेटेस्ट टैक्नोलॉजी दे नाल कीता जांदा है। 1998 ਦੇ ਵਿੱਚ ਅਸੀਂ ਚਸ਼ਮਾ ਉਤਾਰਨ ਦੀ ਸਰਜਰੀ ਸ਼ੁਰੂ ਕੀਤੀ। ਤਦ ਇਹ ਟੈਕਨੋਲੋਜੀ ਨੂੰ ਬਲੇਡ ਦੇ ਨਾਲ ਅਸੀਂ ਇੱਕ ਫਲੈਪ ਬਣਾ ਕੇ ਬਟ ਇੱਕ ਮੋਟਰਾਈਜ਼ਡ ਬਲੇਡ ਯੂਜ਼ ਹੁੰਦਾ ਸੀਗਾ ਤੇ ਉਹਦੇ ਨਾਲ ਅਸੀਂ ਅੱਖ ਦੇ ਵਿੱਚ ਨੰਬਰ 0 ਕਰ ਦਿੰਦੇ ਸੀਗੇ। ਹੌਲੀ ਹੌਲੀ ਟੈਕਨੋਲੋਜੀ ਵਧੀ ਤੇ ਅਰਾਊਂਡ 2001 ਜਾਂ 2002 ਦੇ ਵਿੱਚ ਸੁਹਾਨਾ ਹਸਪੀਟਲ ਨੇ ਬਲੇਡ ਵਾਲੀ ਸਰਜਰੀ ਨੂੰ ਬਲੇਡ ਫ੍ਰੀ ਫੈਮਟੋ ਲੇਜ਼ਰ ਦੇ ਨਾਮ ਦੇ ਨਾਲ ਜੋ ਜਾਣਿਆ ਜਾਂਦਾ ਹੈ, ਅਸੀਂ ਬਲੇਡ ਫ੍ਰੀ ਟੈਕਨੋਲੋਜੀ ਦੇ ਉੱਤੇ ਸ਼ਿਫਟ ਹੋ ਗਏ, ਜਿਹਦੇ ਨਾਲ ਅਸੀਂ ਅੱਖ ਦੇ ਵਿੱਚ ਕੋਈ ਬਲੇਡ ਯੂਜ਼ ਨਹੀਂ ਕਰਦੇ ਹੈਗੇ ਤੇ ਲੇਜ਼ਰ ਟੈਕਨੋਲੋਜੀ ਦੇ ਨਾਲ ਹੀ ਫਲੈਪ ਬਣਦਾ ਹੈ ਤੇ ਨੰਬਰ 0 ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਹੋਰ ਐਡਵਾਂਸਮੈਂਟ ਆਈ ਤੇ ਅੱਜ ਮੈਂ ਤੁਹਾਨੂੰ ਇੱਕ ਲੇਟੈਸਟ ਐਡਵਾਂਸ ਟੈਕਨੋਲੋਜੀ ਜੋ ਕਿ ਚਸ਼ਮਾ ਉਤਾਰਨ ਵਾਸਤੇ ਯੂਜ਼ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੀ। ਦੈਟ ਇਜ਼ ਕੌਨਟਿਊਰਾ ਵਿਜ਼ਨ। ਕੌਨਟਿਊਰਾ ਵਿਜ਼ਨ ਵਰਲਡ ਦੀ ਬੈਸਟ ਲੇਟੈਸਟ ਐਡਵਾਂਸ ਟੈਕਨੋਲੋਜੀ ਹੈ ਜਿਹਦੇ ਨਾਲ ਅਸੀਂ ਚਸ਼ਮੇ ਦਾ ਨੰਬਰ ਹਟਾ ਸਕਦੇ ਹਾਂ। ਨੋਰਮਲ ਟੈਕਨੋਲੋਜੀ ਦੇ ਨਾਲੋਂ ਜਿਹੜੀ ਲੇਸਿਕ ਟੈਕਨੋਲੋਜੀ ਸੀ ਉਹਦੇ ਨਾਲੋਂ ਕੌਨਟਿਊਰਾ ਕਿਵੇਂ ਫ਼ਰਕ ਹੈ। ਨੋਰਮਲ ਲੇਸਿਕ ਦੇ ਵਿੱਚ ਅਸੀਂ ਕੀ ਕਰਦੇ ਸੀਗੇ, ਲੇਜ਼ਰ ਬੀਮ ਅੱਖ ਦੀ ਕਾਲੀ ਪੁਤਲੀ ਦੇ ਉੱਤੇ ਅਸੀਂ ਪਾਉਂਦੇ ਸੀਗੇ ਤੇ ਇੰਟਰਨਲ ਲੇਅਰਸ ਰੀਸ਼ੇਪ ਹੋ ਜਾਂਦੀਆਂ ਸੀਗੀਆਂ ਤੇ ਨੰਬਰ 0 ਹੋ ਜਾਂਦਾ ਸੀਗਾ। ਪਰ ਕੌਨਟਿਊਰਾ ਵਿਜ਼ਨ ਕੀ ਹੈਗਾ, ਜਦ ਅਸੀਂ ਇਸ ਕਾਲੀ ਪੁਤਲੀ ਨੂੰ ਨੇੜੇ ਤੋਂ ਦੇਖੀਏ ਤਾਂ ਇਹਦੇ ਵਿੱਚ ਊਚ ਨੀਚ ਹੁੰਦੀ ਹੈਗੀ ਹੈ, ਜਿਵੇਂ ਕਿਤੋਂ ਇਹ ਉੱਚਾ ਹੈ ਕਿਤੋਂ ਇਹ ਨੀਚਾ ਹੈ। ਇਹਦੀ ਇਸ ਕੌਰਨੀਆ ਦੇ ਉੱਤੇ ਇਰੈਗੂਲੈਰਿਟੀਜ਼ ਹੁੰਦੀਆਂ ਹੈਗੀਆਂ। ਕੌਨਟਿਊਰਾ ਵਿਜ਼ਨ ਕੀ ਕਰਦਾ ਹੈਗਾ, ਇਸ ਪੂਰੇ ਕੌਰਨੀਆ ਦੀ ਪੁਤਲੀ ਨੂੰ ਟੋਪੋਗ੍ਰਾਫੀ ਮੈਪ ਲਿਆ ਜਾਂਦਾ ਹੈ। ਇਸ ਪੁਤਲੀ ਦਾ ਮੈਪ ਲੈ ਕੇ ਉਹ ਇਰੈਗੂਲੈਰਿਟੀਜ਼ ਨੂੰ ਮੈਚ ਕੀਤਾ ਜਾਂਦਾ ਹੈਗਾ ਤੇ ਉਹਦੇ ਉੱਤੇ ਉਹਦੇ ਅਕੋਰਡਿੰਗ ਜਿੱਥੇ ਉੱਚਾ ਹੈ ਜਿੱਥੇ ਨੀਵਾ ਹੈ ਉਹਦੇ ਅਕੋਰਡਿੰਗ ਅਸੀਂ ਲੇਜ਼ਰ ਬੀਮ ਪਾਉਂਦੇ ਹਾਂ, ਜਿਹਦੇ ਨਾਲ ਜਿਹੜਾ ਸਾਡਾ ਆਪਟੀਕਲ ਕਾਲੀ ਪੁਤਲੀ ਦਾ ਸਰਫੇਸ ਹੈ ਉਹ ਬਹੁਤ ਸਮੂਥ ਹੋ ਜਾਂਦਾ ਹੈਗਾ, ਜਿਹਦੇ ਨਾਲ ਜਦ ਇਹ ਲਾਈਟ ਇਹਦੇ ਉੱਤੇ ਪੈਂਦੀ ਹੈਗੀ ਹੈ ਤਾਂ ਉਹ ਸਮੂਥ ਤੇ ਇੱਕ ਕਲੀਅਰ ਤੇ ਕ੍ਰਿਸਪ ਵਿਜ਼ਨ ਦਿੰਦੀ ਹੈਗੀ ਹੈ। ਤੇ ਕੌਨਟਿਊਰਾ ਵਿਜ਼ਨ ਦੇ ਨਾਲ ਜਿਹੜੀ ਕਲੈਰਿਟੀ ਹੈ, ਜਿਹੜੀ ਸਮੂਥਨੈਸ ਹੈ, ਜਿਹੜੀ ਸ਼ਾਰਪਨੈਸ ਆਫ ਵਿਜ਼ਨ ਹੈ ਉਹ ਬੈਸਟ ਬਣਦੀ ਹੈ, ਜੋ ਕਿ ਸਾਨੂੰ ਨੋਰਮਲ ਲੇਸਿਕ ਦੇ ਬਾਅਦ ਸਾਨੂੰ ਕੁਝ ਕਮੀ ਮਹਿਸੂਸ ਹੋਈ ਤਾਂ ਫਿਰ ਟੈਕਨੋਲੋਜੀ ਨੇ ਹੋਰ ਐਡਵਾਂਸਮੈਂਟ ਦਿੱਤੀ ਤੇ ਕੌਨਟਿਊਰਾ ਵਿਜ਼ਨ ਅਸੀਂ ਹੁਣ ਸੁਹਾਨਾ ਹਸਪੀਟਲ ਦੇ ਵਿੱਚ ਕੌਨਟਿਊਰਾ ਟੈਕਨੀਕ ਦੇ ਨਾਲ ਤੁਹਾਡੇ ਅੱਖਾਂ ਦਾ ਜਿਹੜਾ ਚਸ਼ਮੇ ਦਾ ਨੰਬਰ ਹੈ 0 ਕੀਤਾ ਜਾਂਦਾ ਹੈ। ਕੈਟਰੈਕਟ ਜਿਹੜਾ ਕਿ ਚਿੱਟਾ ਮੋਤੀਆ ਹੈਗਾ ਹੈ, ਇਹ ਕੋਈ ਬਿਮਾਰੀ ਨਹੀਂ ਹੈ। ਇਹਦਾ ਨਾਮ ਸੁਣ ਕੇ ਪੇਸ਼ੈਂਟ ਅਕਸਰ ਘਬਰਾ ਜਾਂਦੇ ਹਨ। ਇਹਨੂੰ ਘਬਰਾਉਣਾ ਨਹੀਂ ਹੈਗਾ, ਇਹ ਵੱਧਦੀ ਉਮਰ ਦਾ ਇੱਕ ਬਦਲਾਵ ਹੈ। ਜਿਵੇਂ ਸਾਡੇ ਸਿਰ ਦੇ ਵਾਲ ਚਿੱਟੇ ਹੁੰਦੇ ਹੈਗੇ ਆ ਜਾਂ ਸਾਡੀ ਸਕਿਨ ਰਿੰਕਲ ਕਰ ਜਾਂਦੀ ਹੈਗੀ ਹੈ, ਉਵੇਂ ਹੀ ਸਾਡੀ ਅੱਖ ਦੇ ਵਿੱਚ ਰੱਬ ਨੇ ਇੱਕ ਲੈਂਸ ਦਿੱਤਾ ਹੈ। ਜਦ ਉਹਦੇ ਵਿੱਚ ਚੇਂਜਸ ਆਉਂਦੇ ਹੈ ਉਮਰ ਵਧਣ ਦੇ ਨਾਲ ਤਾਂ ਉਹਨੂੰ ਅਸੀਂ ਚਿੱਟਾ ਮੋਤੀਆ ਕਹਿੰਦੇ ਹਾਂ। ਇਸ 2 ਸਾਲ ਪਹਿਲੇ ਤੱਕ ਚਿੱਟੇ ਮੋਤੀਏ ਨੂੰ ਅਸੀਂ ਫੇਕੋ ਇਮਲਸੀਫਿਕੇਸ਼ਨ ਟੈਕਨੀਕ ਦੇ ਨਾਲ ਰਿਮੂਵ ਕਰਕੇ ਤੇ ਲੈਂਸ ਇੰਪਲਾਂਟ ਕਰਦੇ ਸੀਗੇ। ਪਰ ਪਿਛਲੇ 2 ਸਾਲਾਂ ਤੋਂ ਅਸੀਂ ਸੁਹਾਨਾ ਹਸਪੀਟਲ ਦੇ ਵਿੱਚ ਇਸ ਕੈਟਰੈਕਟ ਸਰਜਰੀ ਨੂੰ, ਚਿੱਟੇ ਮੋਤੀਏ ਦੀ ਸਰਜਰੀ ਨੂੰ ਰੋਬੋਟਿਕ ਕੈਟਰੈਕਟ ਸਰਜਰੀ ਦੇ ਨਾਮ ਦੇ ਨਾਲ ਤੁਸੀਂ ਸੁਣਿਆ ਹੋਏਗਾ,
ਅਸੀਂ ਇੱਕ ਮਸ਼ੀਨ ਲੈਂਸਿਕਸ ਮਸ਼ੀਨ ਹੈਗੀ ਹੈ, ਉਹਦੇ ਨਾਲ ਅਸੀਂ ਇਸ ਬਿਮਾਰੀ ਦਾ ਇਲਾਜ ਕਰਦੇ ਹਾਂ। ਰੋਬੋਟਿਕ ਕੈਟਰੈਕਟ ਸਰਜਰੀ ਫੇਕੋ ਇਮਲਸੀਫਿਕੇਸ਼ਨ ਜਿਹੜੇ ਕਿ ਅਸੀਂ ਪਹਿਲੇ ਕੈਟਰੈਕਟ ਸਰਜਰੀ ਕਰਦੇ ਸੀ ਉਹਦੇ ਤੋਂ ਵੱਖਰੀ ਕਿਵੇਂ ਹੈ। ਫੇਕੋ ਇਮਲਸੀਫਿਕੇਸ਼ਨ ਦੇ ਵਿੱਚ ਅਸੀਂ ਬਲੇਡ ਦਾ ਇਸਤੇਮਾਲ ਕਰਦੇ ਸੀ, ਨੀਡਲ ਦਾ ਇਸਤੇਮਾਲ ਕਰਦੇ ਸੀਗੇ ਤੇ ਫੇਕੋ ਮਸ਼ੀਨ ਦਾ ਇਸਤੇਮਾਲ ਕਰਕੇ ਅਸੀਂ ਮੋਤੀਆਂ ਨੂੰ ਕੱਢਦੇ ਸੀਗੇ। ਬਟ ਰੋਬੋਟਿਕ ਕੈਟਰੈਕਟ ਸਰਜਰੀ ਦੇ ਨਾਲ ਅਸੀਂ ਪਹਿਲੇ ਸਟੈਪ ਤੋਂ ਲੈ ਕੇ ਐਂਡ ਤੱਕ ਜਿਹੜੀ ਪੂਰੀ ਸਰਜਰੀ ਹੈ ਉਹ ਲੇਜ਼ਰ ਦੇ ਨਾਲ ਹੁੰਦੀ ਹੈ ਤੇ ਲੇਜ਼ਰ ਚਿੱਟੇ ਮੋਤੀਆਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਲੇਜ਼ਰ ਦੇ ਨਾਲ ਕਰਕੇ ਅਸੀਂ ਮੋਤੀਆਂ ਨੂੰ ਬਾਹਰ ਕੱਢਦੇ ਹਾਂ। ਇਹਦੇ ਵਿੱਚ ਕੋਈ ਬਲੇਡ ਇਸਤੇਮਾਲ ਨਹੀਂ ਹੁੰਦਾ, ਕੋਈ ਨੀਡਲ ਇਸਤੇਮਾਲ ਨਹੀਂ ਹੁੰਦੀ ਹੈ। ਪਹਿਲੇ ਤੋਂ ਲੈ ਕੇ ਆਖਰੀ ਤੱਕ ਅਸੀਂ ਸਾਰੀ ਚੀਜ਼ਾਂ ਲੇਜ਼ਰ ਦੇ ਨਾਲ ਕਰਦੇ ਹਾਂ। ਵੰਸ ਜਦ ਅਸੀਂ ਚਿੱਟੇ ਮੋਤੀਆਂ ਨੂੰ ਕੱਢ ਦਿੰਦੇ ਹਾਂ, ਇਸ ਤੋਂ ਬਾਅਦ ਅਸੀਂ ਲੈਂਸ ਇੰਪਲਾਂਟ ਕਰਦੇ ਹਾਂ। ਸੋਹਾਣਾ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੇ ਲੈਂਸ ਅਵੇਲੇਬਲ ਹੈਗੇ ਹੈ। ਪੇਸ਼ੈਂਟ ਦੀ ਨੀਡ ਦੇ ਉੱਤੇ ਜਦ ਪੇਸ਼ੈਂਟ ਸਾਡੇ ਕੋਲ ਆਉਂਦਾ ਹੈਗਾ, ਅਸੀਂ ਪੇਸ਼ੈਂਟ ਨੂੰ ਐਕਸਪਲੇਨ ਕਰਦੇ ਹਾਂ ਕਿ ਤੁਹਾਨੂੰ ਦੂਰ ਦੀ ਨਜ਼ਰ ਵਾਸਤੇ ਚਾਹੀਦਾ ਹੈ, ਨੇੜੇ ਦੀ ਨਜ਼ਰ ਵਾਸਤੇ ਚਾਹੀਦਾ ਹੈ, ਦੂਰ ਨੇੜੇ ਦੋਨਾਂ ਦੀ ਨਜ਼ਰ ਵਾਸਤੇ ਚਾਹੀਦਾ ਹੈ, ਪੇਸ਼ੈਂਟ ਡਰਾਈਵਿੰਗ ਕਰਦਾ ਹੈ ਕਿ ਨਹੀਂ ਕਰਦਾ ਹੈ। ਇਹ ਸਾਰੀ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਪੇਸ਼ੈਂਟ ਨੂੰ, ਸਾਡੇ ਕਾਉਂਸਲਰ ਵੀ ਸਪੈਸ਼ਲੀ ਇਹਦੇ ਲਈ ਅਸੀਂ ਟ੍ਰੇਨ ਕੀਤੇ ਹੋਏ ਹਾਂ, ਜਿਹੜੇ ਕਿ ਐਕਸਪਲੇਨ ਕਰਦੇ ਹੈ ਕਿ ਪੇਸ਼ੈਂਟ ਦੇ ਪੂਰੇ ਡਿਟੇਲ ਵਿੱਚ ਹਿਸਟਰੀ ਲੈ ਕੇ ਕਿ ਪੇਸ਼ੈਂਟ ਨੂੰ ਕਿਸ ਤਰ੍ਹਾਂ ਦਾ ਲੈਂਸ ਪਾਉਣਾ ਚਾਹੀਦਾ ਹੈਗਾ। ਸਾਡੇ ਕੋਲ ਸੋਹਾਣਾ ਹਸਪੀਟਲ ਦੇ ਵਿੱਚ ਮੋਨੋਫੋਕਲ ਲੈਂਸ ਜਿਹੜਾ ਕਿ ਸਿਰਫ ਦੂਰ ਦੀ ਨਜ਼ਰ ਠੀਕ ਕਰਦਾ ਹੈ, ਦੂਰ ਨੇੜੇ ਵਾਸਤੇ ਮਲਟੀਫੋਕਲ ਲੈਂਸ, ਦੂਰ ਇੰਟਰਮੀਡੀਏਟ ਕੰਪਿਊਟਰ ਵਿਜ਼ਨ ਤੇ ਨੇੜੇ ਵਾਸਤੇ ਟ੍ਰਾਈਫੋਕਲ ਲੈਂਸ ਹੁੰਦੇ हैं, ਉਹ ਸਾਰੇ ਅਵੇਲੇਬਲ ਹੈਗੇ ਹੈ। ਇੱਕ ਨਵੇਂ ਕਿਸਮ ਦਾ ਲੈਂਸ ਹੈ ਜਿਹਨੂੰ ਕਿ ਐਕਸਟੈਂਡਡ IOLs ਕਹਿੰਦੇ हैं, ਉਹ ਵੀ ਸਾਡੇ ਕੋਲ ਜੋ ਲੇਟੈਸਟ ਟੈਕਨੋਲੋਜੀ ਦੇ ਨਾਲ ਲੈਂਸ ਬਣਾਇਆ ਗਿਆ ਹੈ ਜਿਹਦੇ ਕਿ ਡੈਪਥ ਆਫ ਵਿਜ਼ਨ ਨੂੰ ਠੀਕ ਕਰਦਾ ਹੈਗਾ, ਉਹ ਵੀ ਸਾਡੇ ਕੋਲ ਅਵੇਲੇਬਲ ਹੈਗੇ ਹੈ। ਫਿਰ ਰਿਫਰੈਕਟਿਵ ਲੈਂਸਿਸ ਹੁੰਦੇ ਹੈ, ਜਿਹੜੇ ਪੇਸ਼ੈਂਟ ਜਿਨ੍ਹਾਂ ਦੇ ਵਿੱਚ ਲੇਸਿਕ ਸਰਜਰੀ ਨਹੀਂ ਹੋ ਸਕਦੀ, ਜਿਨ੍ਹਾਂ ਦੇ ਕਾਲੀ ਪੁਤਲੀ ਦੀ ਜਾਂ ਉਹਨਾਂ ਦੀ ਜਿਹੜੀ ਅੱਖ ਦੀ ਬਣਾਵਟ ਹੈ ਉਹ ਉਹਨਾਂ ਨੂੰ ਅਲਾਉ ਨਹੀਂ ਕਰਦੀ ਕਿ ਅਸੀਂ ਚਸ਼ਮਾ ਲੇਜ਼ਰ ਦੇ ਨਾਲ ਉਤਾਰ ਸਕੀਏ, ਉਹਨਾਂ ਵਾਸਤੇ ਵੀ ਸਾਡੇ ਕੋਲ ICL ਨਾਮ ਦੇ ਇੱਕ ਲੈਂਸਿਸ ਹੁੰਦੇ ਆ ਜਿਹੜੇ ਅਸੀਂ 20-25 ਸਾਲਾਂ ਲਈ ਤੁਹਾਡੀ ਅੱਖ ਦੇ ਵਿੱਚ ਇੰਪਲਾਂਟ ਕਰ ਦਿੰਦੇ ਹੈਗੇ ਆ ਤੇ ਜਿਹਦੇ ਨਾਲ ਪੇਸ਼ੈਂਟ ਦਾ ਮੋਟਾ ਚਸ਼ਮਾ ਉतर ਸਕਦਾ ਹੈ। मेरा नाम राज रानी है, मैं यमुनानगर से बिलोंग करती हूँ। मुझे 1 साल से दोनों आई से बिल्कुल नहीं दिख रहा था, सफ़ेद मोतिया था। वहाँ के लोगों ने मुझे मिसगाइड किया कि तुम्हारी आंखों की रोशनी पीछे से ख़त्म हो चुकी है। तो मेरा ब्रदर जो अशोक शर्मा है वो अम्बाला से बिलोंग करता है, उसका भी ट्रीटमेंट यहीं चल रहा है। तो उसने मुझे गाइड किया कि आप ना इस सोहाना हॉस्पिटल में, आई हॉस्पिटल में जाओ। वहाँ डॉक्टर अमनप्रीत कौर बहुत अच्छी डॉक्टर हैं, आप उन्हें दिखाओ। वो मुझे यहाँ पर लाए तो डॉक्टर साहब ने मुझे अच्छी तरह चेक किया। उन्होंने पहले मेरी राइट आइज़ का ऑपरेशन किया जो ओके था, मुझे कोई पेन नहीं हुआ, कुछ नहीं हुआ। और मुझे उसके आधे घंटे के बाद मुझे सब क्लियर दिखाई दे रहा था, मैं अच्छी तरह पढ़ पा रही थी। फिर लेफ़्ट आइज़ का भी सेम कंडीशन थी। 1 वीक के बाद फिर उन्होंने मेरे दूसरा कर दिया। आज मेरा 2nd डे है, मुझे कोई पेन नहीं हुआ और मैं बिल्कुल ठीक हूँ। मेरा नाम अशोक कुमार कपूर है। बाय प्रोफेशन मैं मैकेनिकल इंजीनियर हूँ। मैंने 3 साल पहले PGI में दिखाया था, तो उन्होंने कहा था कि आपको कैटरेक्ट की प्रॉब्लम शायद स्टार्ट हो रही है। देन कम टू मतलब कि सोहाना हॉस्पिटल, डॉक्टर अमन से मैं मिला। मैंने इनको अपने फैमिली के भी 3-4 पेशेंट इनसे करवाए और मेरे को पूरा कॉन्फिडेंस था। और जो इनका ट्रीटमेंट का तरीका है और पेशेंट को हैंडल करने का तरीका है, दैट इज़ मार्वलेस। और मैंने यहाँ दोनों आंखों को ऑपरेशन कराया है और टॉरिक लेंस मैंने डलवाए हैं विदिन 7 days एंड आई एम फीलिंग ए न्यू लाइफ। ਅੱਜ ਮੈਂ ਤੁਹਾਨੂੰ ਇੱਕ ਫਿਟਨੈਸ ਫਰੀਕ, ਅੱਜ ਕੱਲ੍ਹ ਅਸੀਂ ਸੁਣਿਆ ਹੋਵੇਗਾ ਕਿ ਹਰ ਬੰਦਾ ਫਿਟਨੈਸ ਫਰੀਕ ਹੈ। ਫਿਜ਼ੀਕਲੀ ਅਸੀਂ ਆਪਣੇ ਆਪ ਨੂੰ ਫਿਟ ਰੱਖਦੇ ਹਾਂ, ਕੋਈ ਜਿਮ ਜਾਂਦਾ ਹੈ, ਕੋਈ ਵਾਕ ਕਰਦਾ ਹੈ, ਕੋਈ ਡਾਈਟ ਕਰਦਾ ਹੈ, ਸਭ ਹੈਲਦੀ ਖਾਂਦੇ ਹੈ। ਇਹਦੇ ਨਾਲ ਨਾਲ ਸਾਨੂੰ ਅੱਖਾਂ ਦੇ ਵਾਸਤੇ ਵੀ ਆਪਣੇ ਆਪ ਨੂੰ ਹੈਲਦੀ ਰੱਖਣਾ ਚਾਹੀਦਾ ਹੈ। ਨਾਰਮਲੀ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਅੱਖਾਂ ਨੂੰ ਰਬ ਕਰਦਾ ਹੈ, ਜੋ ਕਿ ਅੱਛੀ ਚੀਜ਼ ਨਹੀਂ ਹੈ। ਜੇ ਪੇਸ਼ੈਂਟ ਅੱਖਾਂ ਨੂੰ ਰਬ ਕਰ ਰਿਹਾ ਹੈ, ਡੈਫੀਨੇਟਲੀ ਉਹਨੂੰ ਅੱਖਾਂ ਦੇ ਵਿੱਚ ਕੋਈ ਨਾ ਕੋਈ ਦਿੱਕਤ ਹੈ, ਤਾਂ ਹੀ ਅਸੀਂ ਉਹਨੂੰ ਅੱਖਾਂ ਨੂੰ ਰਬ ਕਰ ਰਹੇ ਹਾਂ। ਜੇ ਬੱਚਿਆਂ ਦੇ ਵਿੱਚ ਅਸੀਂ ਦੇਖਿਆ ਜਾਏ ਕਿ ਬੱਚੇ ਅੱਖਾਂ ਰਬ ਕਰ ਰਹੇ ਹੈ, ਐਲਰਜੀ ਹੋ ਸਕਦੀ ਹੈ, ਡਰਾਈਨੈਸ ਹੋ ਸਕਦੀ ਹੈ, ਕਿਸੇ ਕਿਸਮ ਦਾ ਇਨਫੈਕਸ਼ਨ ਹੋ ਸਕਦਾ ਹੈ, ਜਾਂ ਉਹਨੂੰ ਨਜ਼ਰ ਘੱਟ ਆ ਰਿਹਾ ਹੈ, ਇਹ ਕੁਝ ਵੀ ਹੋ ਸਕਦਾ ਹੈ। ਤੇ ਇਸ ਲਈ ਸਾਨੂੰ ਉਹਨੂੰ ਆਈ ਸਪੈਸ਼ਲਿਸਟ ਨੂੰ ਦਿਖਾਉਣਾ ਚਾਹੀਦਾ ਹੈ। ਆਈ ਸਪੈਸ਼ਲਿਸਟ ਨੂੰ ਦਿਖਾਉਣ ਦੇ ਨਾਲ ਜਦੋਂ ਸਾਨੂੰ ਕੋਈ ਟੈਸਟ ਕੈਨ ਤਾਂ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਜਦ ਅਸੀਂ ਨਾਰਮਲੀ ਅੱਖਾਂ ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ
ਜਿਹੜਾ ਕਿ ਪੁਤਲੀ ਦੀ ਕੰਡੀਸ਼ਨ ਹੈ। ਜੇ ਜਦ ਪੁਤਲੀ ਕਮਜ਼ੋਰ ਤੇ ਪਤਲੀ ਹੁੰਦੀ ਹੈ ਤੇ ਜਦ ਅਸੀਂ ਉਹਨੂੰ ਉਹਦੇ ਉੱਤੇ ਆਈ ਰਬ ਕਰਦੇ ਹਾਂ, ਦੈਟ ਇਜ਼ ਅ ਵੈਰੀ ਕੰਪਲਸਿਵ। ਜਦ ਅਸੀਂ ਅੱਖ ਨੂੰ ਰਬ ਕਰ ਰਹੇ ਹਾਂ ਤਾਂ ਇਹ ਸਾਡੀ ਜਿਹੜੀ ਅੱਖ ਦੀ ਪੁਤਲੀ ਹੈ ਉਹਦੇ ਤੇ ਅਸਰ ਕਰਦਾ ਹੈ। ਤੇ ਇੱਕ ਕੈਰਾਟੋਕੋਨਸ ਨਾਮ ਦੀ ਬਿਮਾਰੀ ਹੈ ਜਿਹਨੂੰ ਅਸੀਂ ਜਿੰਨੀ ਜਲਦ ਅਸੀਂ ਇਹਦਾ ਇਲਾਜ ਕਰੀਏ ਤਾਂ ਅਸੀਂ ਇਹਨੂੰ ਰੋਕ ਸਕਦੇ ਹਾਂ। ਜੇ ਕੈਰਾਟੋਕੋਨਸ ਦਾ ਇਲਾਜ ਨਾ ਹੋਏ ਤਾਂ ਸਾਡੀ ਅੱਖ ਦੀ ਪੁਤਲੀ ਫਟ ਸਕਦੀ ਹੈ ਤੇ ਸਾਡੀ ਨਜ਼ਰ ਹਮੇਸ਼ਾ ਲਈ ਜਾ ਸਕਦੀ ਹੈ। ਇਸ ਲਈ ਜੇ ਬੱਚਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਬੱਚੇ ਅੱਖਾਂ ਰਬ ਕਰ ਰਹੇ ਹੈ ਤਾਂ ਡੈਫੀਨੇਟਲੀ ਉਹਨੂੰ ਤੁਸੀਂ ਹਸਪੀਟਲ ਲੈ ਕੇ ਆਓ। ਤੇ ਸੋਹਾਣਾ ਹਸਪੀਟਲ ਦੇ ਵਿੱਚ ਇਸ ਕੈਰਾਟੋਕੋਨਸ ਦਾ ਇੱਕ ਸਪੈਸ਼ਲ ਇਲਾਜ ਹੁੰਦਾ ਹੈ, ਜਿਹੜਾ ਕਿ ਅਸੀਂ ਇਹਨੂੰ ਪੁਤਲੀ ਨੂੰ ਟੈਸਟ ਕਰਦੇ ਹਾਂ ਕੋਰਨੀਅਲ ਪੈਂਟਾਕੈਮ ਦੇ ਰਾਹੀਂ, ਔਰ ਕੋਰਨੀਆ ਦਾ ਸਾਈਜ਼, ਸ਼ੇਪ, ਇਹ ਕਾਲੀ ਪੁਤਲੀ ਦਾ ਸਾਈਜ਼, ਸ਼ੇਪ, ਥਿਕਨੈਸ ਸਾਰਾ ਕੁਝ ਦੇਖ ਕੇ ਜੇ ਇਸ ਬੰਦੇ ਨੂੰ ਜਾਂ ਕਿਸ ਬੱਚੇ ਨੂੰ ਕੈਰਾਟੋਕੋਨਸ ਦੀ ਬਿਮਾਰੀ ਨਿਕਲਦੀ ਹੈ ਤਾਂ ਇਸ ਦੇ ਵਿੱਚ ਅਸੀਂ C3R ਲੇਜ਼ਰ ਕਰਕੇ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਐਡਵਾਂਸ ਸਟੇਜ ਦੇ ਵਿੱਚ ਵੀ ਕੈਰਾਟੋਕੋਨਸ ਨੂੰ ਦੇਖਦੇ ਹਾਂ ਤੇ ਇਹਦੇ ਵਿੱਚ ਇੱਕ ਲੇਟੈਸਟ ਇਲਾਜ ਹੁੰਦਾ ਹੈ ਕਿ ਇੰਟੈਕਸ, ਉਹ ਵੀ ਸੋਹਾਣਾ ਹਸਪੀਟਲ ਦੇ ਵਿੱਚ ਅਵੇਲੇਬਲ ਹੈਗੇ ਹੈ। ਜੇ ਅਸੀਂ ਦੇਖਦੇ ਹਾਂ ਕਿ ਅਡਲਟਸ ਅੱਖਾਂ ਰਬ ਕਰ ਰਹੇ ਹੈ, ਇਹ ਵੀ ਇਨਫੈਕਸ਼ਨ ਹੋ ਸਕਦਾ ਹੈ, ਡਰਾਈਨੈਸ ਹੋ ਸਕਦੀ ਹੈ। ਜਿਹੜੇ ਪੇਸ਼ੈਂਟਸ ਕੰਪਿਊਟਰ ਦੇ ਅੱਗੇ ਬੈਠਦੇ ਹੈ ਉਹ ਵੀ ਅੱਖਾਂ ਨੂੰ ਬਹੁਤ ਮਲਦੇ ਹੈ। ਜਦ ਅਸੀਂ ਕੰਪਿਊਟਰ ਦੇ ਅੱਗੇ ਬੈਠਦੇ ਹਾਂ ਤਾਂ ਨਾਰਮਲੀ ਸਾਡੀ ਅੱਖ, ਰੱਬ ਨੇ ਇੱਕ ਸਿਸਟਮ ਬਣਾਇਆ ਹੈ ਕਿ ਉਹ ਬਲਿੰਕ ਕਰਦੀ ਹੈ ਤੇ ਉਹ ਬਲਿੰਕ ਜਦ ਕਰਦੀ ਹੈ ਤਾਂ ਬਲਿੰਕ ਦਾ ਮਤਲਬ ਕੀ ਹੁੰਦਾ ਹੈ ਕਿ ਜਿੰਨੀ ਵਾਰ ਵੀ ਅੱਖ ਬਲਿੰਕ ਕਰ ਰਹੀ ਹੈ ਤਾਂ ਸਾਡੀ ਇੱਕ ਟੀਅਰ ਫਿਲਮ ਹੁੰਦੀ ਹੈ, ਉਹ ਅੱਖ ਦੇ ਉੱਤੇ ਸ਼ਟਰ ਦੇ ਵਾਂਗ ਆਉਂਦੀ ਹੈ ਤੇ ਫਿਰ ਉਹਦੇ ਨਾਲ ਸਾਡੇ ਅੱਖ ਦਾ ਜਿਹੜਾ ਇਹ ਸਰਫੇਸ ਹੈ ਉਹ ਡਰਾਈ ਨਹੀਂ ਹੁੰਦਾ। ਦੂਸਰਾ, ਜਦ ਅਸੀਂ ਕੰਪਿਊਟਰ 'ਤੇ ਕੰਮ ਕਰਦੇ ਹਾਂ ਤੇ ਜਦ ਕੰਪਿਊਟਰ ਦੇ ਕੰਮ ਕਰਨ ਦੇ ਨਾਲ ਜਦ ਅਸੀਂ ਕੋਈ ਕੌਨਸੈਂਟਰੇਸ਼ਨ ਦੇ ਨਾਲ ਕੰਮ ਕਰ ਰਹੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਅਸੀਂ ਅੱਖ ਬਲਿੰਕ ਨਹੀਂ ਕਰਨੀ। ਜਦ ਅਸੀਂ ਲੈਪਟਾਪ 'ਤੇ ਬੈਠੇ ਹਾਂ, ਜਦ ਅਸੀਂ ਕੋਈ ਫੋਨ ਦੇਖ ਰਹੇ ਹਾਂ, ਸਕਰੀਨ ਦੇਖ ਰਹੇ ਹਾਂ, ਕੌਨਸੈਂਟਰੇਸ਼ਨ ਦੇ ਨਾਲ ਕੰਮ ਕਰਨ ਦੇ ਨਾਲ ਤਾਂ ਸਾਡਾ ਬਲਿੰਕਿੰਗ ਰੇਟ ਆਫ ਆਈ ਜਿਹੜਾ ਹੈ ਉਹ ਘਟ ਜਾਂਦਾ ਹੈ। ਇਹਦੇ ਨਾਲ ਕੀ ਹੈ ਕਿ ਪੇਸ਼ੈਂਟ ਦੇ ਅੱਖਾਂ ਦੇ ਵਿੱਚ ਬਲਿੰਕ ਰੇਟ ਘੱਟ ਹੋਣ ਦੇ ਨਾਲ ਡਰਾਈਨੈਸ ਹੋ ਜਾਂਦੀ ਹੈਗੀ ਹੈ ਤੇ ਪੇਸ਼ੈਂਟ ਅੱਖਾਂ ਰਬ ਕਰ ਰਿਹਾ ਹੈ। ਤੋ ਇੱਕ ਸਿੰਪਲ ਜਿਹਾ ਐਕਸਰਸਾਈਜ਼ ਹੈ ਜਿਹਨੂੰ 20-20-20 ਕਹਿੰਦੇ ਆ। ਐਵਰੀ 20 ਮਿੰਟਸ ਜਦ ਅਸੀਂ ਕੰਪਿਊਟਰ 'ਤੇ ਕੰਮ ਕਰ ਲਿਆ ਤੇ ਅਸੀਂ 20 ਸੈਕਿੰਡਸ ਅੱਖਾਂ ਨੂੰ ਰੈਸਟ ਦੇਣਾ ਹੈ ਤੇ 20 ਮੀਟਰਸ ਦੂਰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਸੋ ਅਸੀਂ ਕੰਪਿਊਟਰ ਸਕਰੀਨ ਨੂੰ ਆਪਣੀ ਆਈ ਲੈਵਲ ਤੋਂ ਥੋੜ੍ਹਾ ਨੀਚੇ ਲਗਾਉਣਾ ਹੈ ਸੋ ਦੈਟ ਕਿ ਐਵਰੀ 20 ਮਿੰਟਸ ਆਪਾਂ ਉਸ ਕੰਪਿਊਟਰ ਸਕਰੀਨ ਨੂੰ ਛੱਡ ਕੇ ਦੂਰ ਦੇਖੀਏ ਤਾਂ ਕਿ ਸਾਡੇ ਅੱਖਾਂ ਦੇ ਮਸਲਸ ਰਿਲੈਕਸ ਹੋ ਸਕਣ ਤੇ 1 ਜਾਂ 2 ਵਾਰ ਆਪਾਂ ਅੱਖਾਂ ਨੂੰ ਬਲਿੰਕ ਕਰਨਾ ਹੈਗਾ ਸੋ ਦੈਟ ਕਿ ਸਾਡੀ ਟੀਅਰ ਫਿਲਮ ਦੁਬਾਰਾ ਬਣ ਜਾਏ ਤੇ ਸਰਫੇਸ ਡਰਾਈ ਨਾ ਹੋਏ। ਸੋਹਾਣਾ ਹਸਪੀਟਲ ਦਾ ਮੇਨ ਏਮ ਤੇ ਮੋਟੋ ਇਹੀ ਹੈ ਕਿ ਜਿਹੜਾ ਵੀ ਪੇਸ਼ੈਂਟ ਇੱਥੇ ਆਏ ਉਹ ਆਪਣਾ ਇਲਾਜ ਘੱਟ ਤੋਂ ਘੱਟ ਰੇਟਾਂ ਤੇ ਲੇਟੈਸਟ ਐਡਵਾਂਸ ਟੈਕਨੋਲੋਜੀ ਦੇ ਨਾਲ ਇੱਥੋਂ ਇਲਾਜ ਕਰਵਾ ਕੇ ਜਾਏ। ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਵੀ ਪ੍ਰੇ ਫਰੋਮ ਦੀ ਇਨਰ ਕੋਰ ਆਫ ਆਰ ਹਾਰਟ ਕਿ ਜਿਹੜਾ ਵੀ ਪੇਸ਼ੈਂਟ ਇੱਥੇ ਆਏ ਉਹ ਇੱਥੋਂ ਠੀਕ ਹੋ ਕੇ ਜਾਏ ਤੇ ਆਪਣੀ ਜ਼ਿੰਦਗੀ ਠੀਕ ਬਿਤਾ ਸਕੇ।